ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਦੇਸ਼ ਵਿਦੇਸ਼ ਦੀ ਸੰਗਤ ਦਾ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਹੁੰਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਤੇ ਮੇਰਾ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਵੱਡੀ ਖਬਰ ਤੇ ਸਭ ਤੋਂ ਪੰਜਾਬ ਦਾ ਅਹਿਮ ਮਾਮਲਾ ਜਿਹੜਾ ਬਣਿਆ ਹੋਇਆ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ, ਉਸ ਦੇ ਉੱਤੇ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਵਿਰੋਧੀ ਵੀ ਕਰ ਰਹੇ ਆ ਤੇ ਕਾਂਗਰਸ ਵੀ ਕਰ ਰਹੀ ਆ। ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਜਿਹੜਾ ਦਿੱਤਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਨਵਜੋਤ ਸਿੰਘ ਸਿੱਧੂ ਨੇ ਭੇਜਿਆ, ਉਹ ਕੱਲ੍ਹ ਭੇਜਿਆ। ਇਸ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ ਕਿ ਰਾਹੁਲ ਗਾਂਧੀ ਨੂੰ ਅਸਤੀਫਾ ਜਿਹੜਾ ਆ ਉਹ ਭੇਜ ਦਿੱਤਾ ਆ। ਸੋ ਰੀਝ ਪੂਰੀ ਕਰ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਵੀ। ਉਹਨਾਂ ਨੇ ਕਿਹਾ ਸੀ ਮੇਰੇ ਕੋਲ ਅਸਤੀਫਾ ਨਹੀਂ ਪਹੁੰਚਿਆ। ਸੋ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਕਾਂਗਰਸ ਦੀ ਸਿੱਧੂ ਨੂੰ ਲੈ ਕੇ? ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ ਜੀ, ਨਵਜੋਤ ਸਿੰਘ ਸਿੱਧੂ ਇੱਕ ਅਣਖੀਲਾ ਜਿਹਾ ਵਿਅਕਤੀ ਹੈ ਜੀ। ਜੇ ਉਹ ਕ੍ਰਿਕਟ ਦੇ ਵਿੱਚ ਰਿਹਾ ਵਾ ਤੇ ਉੱਥੇ ਵੀ ਜੇ ਕਿਤੇ ਗੜਬੜ ਕੀਤੀ ਤਾਂ ਜਾਓ ਮੈਂ ਨਹੀਂ ਮੈਚ ਕਰਦਾ, ਜੋ ਕਰਨਾ ਕਰ ਲਓ ਜੀ। ਜੇ ਉਹ ਬੀਜੇਪੀ ਛੱਡ ਕੇ ਆਇਆ ਤਾਂ ਉਹ ਵੀ ਇਸੇ ਕਰਕੇ ਛੱਡ ਆਇਆ ਵੀ ਤੁਸੀਂ ਮੇਰੇ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਨਾ ਕਰੋ ਤੇ ਮੇਰੇ 'ਤੇ ਆਪਣੀ ਵਾਧੂ ਕੰਡੀਸ਼ਨ ਲਾਗੂ ਨਾ ਕਰੋ। ਉੱਥੋਂ ਕਾਂਗਰਸ ਵਾਲੇ ਪਾਸੇ ਆਇਆ ਤੇ ਕਾਂਗਰਸ ਦੇ ਵਿੱਚ ਉਹਨੇ ਕਾਫੀ ਆ ਕੇ ਮਿਹਨਤ ਕੀਤੀ ਆ, ਸਾਰੇ ਦੇਸ਼ 'ਚ ਪ੍ਰਚਾਰ ਕੀਤਾ, ਉਹਨੂੰ ਕਾਂਗਰਸ ਪਾਰਟੀ ਨੇ ਹਵਾਈ ਜਹਾਜ਼ ਦਿੱਤਾ। ਤੇ ਜੇ ਸਿੱਧੂ ਸਾਹਿਬ ਨੇ ਕੀ ਕੀਤਾ ਸੀ ਵੀ 10 ਜੂਨ ਨੂੰ ਆਪਣਾ ਅਸਤੀਫਾ ਜਿਹੜਾ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ। ਜੀ ਬਿਲਕੁਲ। ਵੈਸੇ ਤੇ ਇਹ ਗੱਲ ਠੀਕ ਹੈ ਵੀ ਬਣਦਾ ਰਾਹੁਲ ਗਾਂਧੀ ਸੀ, ਕਿਉਂਕਿ ਉਹ ਰਾਹੁਲ ਗਾਂਧੀ ਦੇ ਕਹਿਣ ਤੇ ਮੰਤਰੀ ਬਣੇ ਸੀ। ਲੇਕਿਨ ਜਿਹੜੀ ਕਾਨੂੰਨੀ ਤੌਰ ਤੇ ਸੀਗਾ ਉਹ ਮੁੱਖ ਮੰਤਰੀ ਨੂੰ ਜਾਂ ਰਾਜਪਾਲ ਨੂੰ ਭੇਜਣਾ ਹੁੰਦਾ ਜੀ। ਹੁਣ ਜਦੋਂ ਇਹਨੇ ਅਸਤੀਫੇ ਦੀ ਗੱਲ ਕੀਤੀ, ਆਪਣਾ ਪਰਸੋਂ ਟਵਿੱਟਰ ਤੇ ਕੀਤਾ ਗੱਲ ਵੀ ਮੈਂ ਅਸਤੀਫਾ ਭੇਜਤਾ, ਵੀ ਕੋਈ 10 ਤਰੀਕ ਨੂੰ ਅਸਤੀਫਾ ਦੇ ਦਿੱਤਾ, ਤਾਂ ਅੱਗੋਂ ਮੁੱਖ ਮੰਤਰੀ ਦਫ਼ਤਰ ਤੋਂ ਆਇਆ ਵੀ ਸਾਡੇ ਕੋਲ ਪੁੱਜਾ ਨਹੀਂ। ਉਹਨੇ ਕਿਹਾ ਸ਼ਾਂਤੀ ਰੱਖੋ, ਤੁਹਾਡੇ ਪਹੁੰਚਾ ਦਿੰਦੇ। ਸ਼ਾਮਾਂ ਨੂੰ ਉਹਨਾਂ ਅਸਤੀਫਾ ਲਿਖਿਆ ਤੇ ਮੁੱਖ ਮੰਤਰੀ ਦੇ ਨਵਾਸਤੇ ਭੇਜਤਾ ਵੀ ਲਓ ਆਪਣਾ ਅਸਤੀਫਾ ਲਓ ਤੁਸੀਂ। ਅਜੇ ਵੀ ਜੇ ਅਸਤੀਫੇ ਦੀ ਪ੍ਰਵਾਨਗੀ ਦੀ ਗੱਲ ਕਰਦੇ, ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਕਹਿ ਦਿੱਤਾ ਵੀ ਵੇਖੋ ਜੀ ਮੈਂ ਅਸਤੀਫਾ ਮੇਰੇ ਕੋਲ ਆਇਆ ਜ਼ਰੂਰ, ਮੈਂ ਪੜ੍ਹਿਆ ਨਹੀਂ ਕਿ ਮੈਂ ਬਾਹਰ ਆ, ਮੈਂ ਜਾ ਕੇ ਵੇਖੂੰਗਾ ਵੀ ਅਸਤੀਫੇ 'ਚ ਲਿਖਿਆ ਕੀ ਹੈ ਤੇ ਕਿਵੇਂ ਲਿਖਿਆ ਵਾ, ਉਹਦੀ ਇਬਾਦਤ ਕੀ ਲਿਖੀ ਹੈ। ਇਹ ਅਸਤੀਫਾ ਫਿਰ ਦਿੱਲੀ ਜਾਏਗਾ, ਹਾਈ ਕਮਾਂਡ ਕੋਲ ਜਾਏਗਾ, ਹਾਈ ਕਮਾਂਡ ਤੋਂ ਪ੍ਰਵਾਨਗੀ ਤੋਂ ਬਾਅਦ ਇੱਥੇ ਆ ਕੇ ਫਿਰ ਪ੍ਰਵਾਨਗੀ ਹੋਈ। ਹਾਲੇ ਤੱਕ ਅਸਤੀਫੇ ਦੀ ਪ੍ਰਵਾਨਗੀ ਕੋਈ ਨਹੀਂ ਹੋਈ ਜੇ ਅਸੀਂ ਪ੍ਰਵਾਨਗੀ ਦੀ ਗੱਲ ਕਰਦੇ ਹਾਂ ਜੀ। ਲੇਕਿਨ ਸਿੱਧੂ ਦੇ ਉੱਤੇ ਜਿਹੜਾ ਰਾਹੁਲ ਗਾਂਧੀ ਦਾ ਮੇਖਾ ਇਹਦੀ ਵੀ ਇਹਨਾਂ ਦੋਵਾਂ ਦੀ ਕਿਸਮਤ ਇੱਕ ਹੀ ਕਲਮਾ ਲਿਖੇਗੀ। ਉਹ ਵੀ ਬੜਾ ਕਾਲਾ ਵੀ ਮੈਂ ਫਟਾਫਟ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾ, ਪ੍ਰਧਾਨ ਮੰਤਰੀ ਬਣ ਜਾ, ਤੇ ਸਿੱਧੂ ਕਾਲਾ ਮੈਂ ਫਟਾਫਟ ਮੁੱਖ ਮੰਤਰੀ ਬਣਾ। ਦੋਵਾਂ ਦੀਆਂ ਇੱਛਾਵਾਂ ਬੜੀਆਂ ਉੱਚੀਆਂ ਹੋਣੀਆਂ ਚਾਹੀਦੀਆਂ। ਜਿਹਦੀ ਇੱਛਾ ਨਹੀਂ ਉਹ ਤਰੱਕੀ ਨਹੀਂ ਕਰ ਸਕਦਾ ਜੀ। ਲੇਕਿਨ ਸਿੱਧੂ ਸਾਹਿਬ ਨੂੰ ਤੇ ਰਾਹੁਲ ਗਾਂਧੀ ਨੂੰ ਚਾਹੀਦਾ ਵੀ ਵਕਤ ਦੇ ਨਾਲ ਨਾਲ ਚੱਲਣ। ਜਿਵੇਂ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ, ਪਾਓ ਜੀ ਛੱਕਾ ਵੱਜ ਗਿਆ, ਮਾਰੋ ਤਾੜੀ, ਠੋਕੋ ਤਾੜੀ, ਠਾ। ਇਹ ਠਾ ਦਾ ਕੰਮ ਨਹੀਂ ਚੱਲਣਾ ਜੀ। ਇਹ ਚੱਲਣਾ ਜਿਹੜਾ ਸਿਸਟੇਮੈਟਿਕਲ ਚੱਲਣਾ ਵਾ। ਜੇ ਵਕਤ ਦੇ ਨਾਲ ਸਿੱਧੂ ਸਾਹਿਬ ਚੱਲਣ, ਰਾਹੁਲ ਗਾਂਧੀ ਚੱਲਣ ਤੇ ਇਹਨਾਂ ਦੀ ਹਵਾ ਪੂਰੀ ਹੋ ਜਾਣਗੀਆਂ ਜੀ। ਜੇ ਵਕਤ ਦੇ ਨਾਲ ਨਹੀਂ ਚੱਲਦੇ ਤੇ ਫਿਰ ਮੈਂ ਸੋਚਦਾ ਵੀ ਜਦੋਂ ਬੰਦਾ ਵਕਤ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ, ਜੇ ਪਿੱਛੇ ਰਹੇਗਾ ਤੇ ਫਿਰ ਉਹ ਡਿੱਗਦਾ ਵਾ ਜੀ, ਫਿਰ ਡਿੱਗਣਗੇ। ਤੇ ਰਾਹੁਲ ਗਾਂਧੀ ਤੇ ਅੱਜ ਵਿਚਾਰੇ ਆਪ ਲਾਈਨ ਤੋਂ ਬਾਹਰ ਹੋਏ ਪਏ, ਉਹ ਕੀ ਮਦਦ ਕਰਨਗੇ ਇਹਨਾਂ ਦੀ ਜੀ। ਲੇਕਿਨ ਫਿਰ ਵੀ ਮੈਂ ਸਿੱਧੂ ਸਾਹਿਬ ਦਾ ਅਸਤੀਫਾ ਜਿਹੜਾ ਉਹ ਜਾਏਗਾ ਦਿੱਲੀ, ਦਿੱਲੀੋਂ ਪ੍ਰਵਾਨ ਹੋ ਕੇ ਉੱਥੋਂ ਹਰੀ ਝੰਡੀ ਮਿਲੇਗੀ ਤੇ ਫਿਰ ਪ੍ਰਵਾਨ ਹੋਏਗੀ ਜੀ। ਪੱਟੀ ਸਾਹਿਬ, ਸਾਰਾਗੜ੍ਹੀ ਸਰਾਂ ਬਣੀ ਆ ਜਿਸ ਨੂੰ ਕਿਹਾ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 5 ਸਟਾਰ ਸਰਾਂ ਆ। ਉਹ ਹੌਲੀ ਹੌਲੀ ਉਹ ਵਾਕਿਆ ਇੱਕ 5 ਸਟਾਰ ਹੋਟਲ ਦਾ ਰੂਪ ਧਾਰਨ ਕਰਦੀ ਜਾ ਰਹੀ ਆ। ਜਿਵੇਂ ਦੀਆਂ ਚਰਚਾਵਾਂ ਉੱਥੇ ਹਵੇਲੀ ਜਿਹੜਾ ਰੈਸਟੋਰੈਂਟ ਉਹ ਖੁੱਲ੍ਹਣ ਨੂੰ ਲੈ ਕੇ ਹੋਇਆ, ਅਤੇ ਹੁਣ ਵੀ ਕੁਝ ਚਰਚਾਵਾਂ ਚੱਲ ਰਹੀਆਂ ਨੇ ਕਿ ਠੇਕੇ ਦੇ ਉੱਤੇ ਉੱਥੋਂ ਦਾ ਸਫਾਈ ਦਾ ਕੰਮ ਜਾਂ ਸਾਰਾ ਕੁਛ ਜਿਹੜਾ ਉਹ ਦਿੱਤਾ ਗਿਆ। ਸੋ ਇਹ ਖੁਲਾਸਾ ਜਿਹੜਾ ਆ ਉਹ ਇੱਕ ਅੰਮ੍ਰਿਤਸਰ ਦੇ ਹੀ ਵਿਅਕਤੀ ਵੱਲੋਂ ਕੀਤਾ ਗਿਆ ਆ, ਜਿਹੜਾ ਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ। ਸੋ ਇਹ ਕੀ ਖੁਲਾਸਾ ਕੀਤਾ ਗਿਆ ਆ, ਬਰੀਕੀ ਨਾਲ ਦੇਖੀਏ ਤਾਂ ਕੀ ਨਜ਼ਰ ਆਉਂਦਾ ਆ? ਜਿਹੜਾ ਮਨਦੀਪ ਸਿੰਘ ਮੰਨੇ ਨੇ ਜੀ ਖੁਲਾਸਾ ਕੀਤਾ, ਮੈਂ ਸੋਚਦਾ ਵੀ ਇਹ ਖੁਲਾਸਾ ਪਹਿਲਾਂ ਕਈ ਵਾਰੀ ਅਖਬਾਰਾਂ 'ਚ ਹੋ ਚੁੱਕਿਆ ਜੀ। ਜਦੋਂ ਇਹ ਸਰਾਂ ਬਣਦੀ ਸੀ ਉਸ ਟਾਈਮ ਇਹਦਾ 50 ਕਰੋੜ ਦਾ ਪ੍ਰੋਜੈਕਟ ਸੀ ਤੇ ਮੇਰੇ ਖਿਆਲ ਚਲੇ ਗਿਆ 250 ਕਰੋੜ ਤੇ। ਜਿਸ ਵਿਅਕਤੀ ਨੂੰ ਇਹਦਾ ਠੇਕਾ ਦਿੱਤਾ ਗਿਆ ਬਣਾਉਣ ਵਾਸਤੇ ਉਹ ਬੰਦਾ ਤਜਰਬੇਕਾਰ ਨਹੀਂ ਸੀ ਜੀ। ਲੇਕਿਨ ਫਿਰ ਵੀ 238 ਕਮਰਿਆਂ ਦੀ ਜੇ ਸਰਾਂ ਬਣ ਗਈ ਤੇ ਚੰਗੀ ਗੱਲ, ਆਧੁਨਿਕ ਸਰਾਂ ਵਾ ਜੀ।
ਉਹਦੇ ਵਿੱਚ ਆਧੁਨਿਕ ਸਹੂਲਤਾਂ ਵਾ, ਸਾਰੇ ਕਮਰੇ ਏਸੀ ਨੇ ਜੀ। ਪਹਿਲੇ ਪਹਿਲੇ ਗੇਟ ਦੇ ਵਿੱਚ ਇਹਨਾਂ ਨਾਲ ਇਹਦਾ ਰੱਖਿਆ ਸੀ ਕਿਰਾਇਆ 2100 ਰੁਪਈਆ ਜੀ। ਇੱਕ ਕਮਰੇ ਦਾ। ਲੇਕਿਨ ਉਦੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸਨ, ਜੀ। ਉਹਨਾਂ ਕਿਹਾ ਨਹੀਂ ਵੀ 2100 ਜ਼ਿਆਦਾ 1100 ਕਰ ਦਿਓ। ਜੇ ਕਿਤੇ ਮੱਕੜ ਵਰਗੇ ਬੰਦੇ ਉਹਨਾਂ ਕਹਿੰਦਾ ਨਹੀਂ 2100 ਦੀ 3100 ਕਰੋ। ਤੇ ਉਹਨਾਂ ਨੇ ਉਦੋਂ 1100 ਕੀਤਾ ਸੀ, 1100 ਰੁਪਏ ਚੱਲਦਾ ਜੀ। ਹੁਣ ਗੱਲ ਰਹੀ ਉਹਦੀ ਸਫਾਈ ਠੇਕੇ ਤੇ ਦੇਣ ਦੀ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਪਾਸੇ ਤੇ ਇਹਨਾਂ ਲੋੜ ਤੋਂ ਵੱਧ ਇੱਥੇ ਇੱਕ ਬੰਦੇ ਦੀ ਲੋੜ ਤੇ 4-4 ਬੰਦੇ ਰੱਖੇ ਆ ਜੀ, ਤੇ 250-300 ਬੰਦਾ ਜਿਹੜਾ ਵਾ, ਜਿਹੜੇ ਅਕਾਲੀ ਆਗੂ ਉਹਨਾਂ ਦੇ ਘਰਾਂ 'ਚ ਕੰਮ ਕਰ ਰਿਹਾ ਤੇ ਤਨਖਾਹ ਉਹ ਗੁਰੂ ਦੀ ਗੋਲਕ 'ਚੋਂ ਰਹਿ ਰਿਹਾ। ਤੇ ਫਿਰ ਵੀ ਇਹ ਜੇ ਇਹਨਾਂ ਸਫਾਈ ਉੱਤੇ ਠੇਕੇ ਦਿੱਤੀ ਆ, ਤੇ ਮੈਂ ਸੋਚਦਾ ਵਾਂ ਵੀ ਸ਼੍ਰੋਮਣੀ ਕਮੇਟੀ ਨੂੰ ਇੱਕ ਵਾਰੀ ਫਿਰ ਝਾਤੀ ਮਾਰਨੀ ਚਾਹੀਦੀ ਅੰਦਰ। ਸ਼੍ਰੋਮਣੀ ਕਮੇਟੀ ਦੇ ਪਹਿਲਾਂ ਗੋਲਕ ਦਾ ਜਿਹੜਾ ਸੀ ਗੋਲਕ ਦਾ ਵਪਾਰੀਕਰਨ ਕੀਤਾ, ਤੇ ਹੁਣ ਇਹਨਾਂ ਦਾ ਜਿਹੜੀਆਂ ਸਰਾਵਾਂ ਸੀ ਇਹਨਾਂ ਦਾ ਵਪਾਰੀਕਰਨ ਕਰ ਦਿੱਤਾ ਪੂਰੀ ਤਰ੍ਹਾਂ ਨਾਲ। ਤੇ ਮੈਂ ਸੋਚਦਾ ਵੀ ਜੇ 200 ਰੁਪਇਆ ਤੁਸੀਂ ਪਰ ਡੇਲੀ ਇੱਕ ਕਮਰੇ ਦੀ ਸਫਾਈ ਦਾ ਦਿੰਦੇ ਹੋ, 200 ਰੁਪਏ ਬਹੁਤ ਜ਼ਿਆਦਾ ਵਾ ਜੀ। ਇਹੋ ਜਿਹੀਆਂ ਸੰਸਥਾਵਾਂ ਹੈਗੀਆਂ, ਤੁਸੀਂ ਫੋਰਨ ਦੀ ਕਿਸੇ ਸੰਸਥਾ ਨੂੰ ਦੇ ਦਿਓ, ਫ੍ਰੀ ਸੇਵਾ ਕਰਨ ਨੂੰ ਤਿਆਰ ਨੇ। ਜੇ ਸਾਡੇ ਫੋਰਨ ਦੇ ਸਿੱਖ ਜਿਹੜੇ ਆ ਆਪਣੇ ਲੈਵਲ ਤੇ ਦਰਬਾਰ ਸਾਹਿਬ ਦੇ ਘੇਰੇ ਲੈਟਰਨ ਬਾਥਰੂਮ ਬਣਾ ਕੇ ਆਪਣੇ ਮੁਲਾਜ਼ਮ ਰੱਖ ਕੇ ਉਹ ਫ੍ਰੀ ਸੇਵਾ ਕਰ ਸਕਦੇ ਆ ਜੀ, ਤੇ ਫਿਰ ਸ਼੍ਰੋਮਣੀ ਕਮੇਟੀ ਕਿਉਂ ਨਹੀਂ, ਜਿਹਦਾ 1100 ਕਰੋੜ ਦਾ 1200 ਕਰੋੜ ਦਾ ਬਜਟ ਹੈਗਾ। ਹੁਣ ਸਵਾਲ ਪੈਦਾ ਹੁੰਦਾ ਵੀ ਇਹ ਇੱਥੇ ਹੋ ਕੀ ਰਿਹਾ। ਇਹ ਜਿਹੜੇ 200 ਰੁਪਏ ਵਾਲੇ ਬੰਦੇ ਕੋਈ ਬਾਹਰੋਂ ਨਹੀਂ ਆਏ, ਇਹ ਸ਼੍ਰੋਮਣੀ ਕਮੇਟੀ ਦੇ ਆਪਣੇ ਮੈਂਬਰਾਂ ਦੇ ਪਾਲੇ ਹੋਏ ਨੇ। ਜਿਹੜੀ ਤੁਸੀਂ ਇੱਕ ਰੈਸਟੋਰੈਂਟ ਦੀ ਗੱਲ ਕੀਤੀ ਹਵੇਲੀ ਦੀ, ਉਹ ਠੇਕਾ ਕਿਹਦੇ ਕੋਲ ਜੀ? ਉਹ ਰਜਿੰਦਰ ਸਿੰਘ ਮਹਿਤਾ ਦੇ ਬੰਦਿਆਂ ਕੋਲ ਠੇਕਾ ਵਾ। ਮੈਂ ਤੁਹਾਨੂੰ ਥੋੜਾ ਜਿਹਾ ਹੋਰ ਪਿੱਛੇ ਲੈ ਜਾ, ਮੈਂ ਲਵਸ਼ਿੰਦਰ ਸਿੰਘ ਦੀ ਕੱਲ ਡੱਲੇ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀਗਾ, ਜਨਰਲ ਰਾਮ ਸਿੰਘ ਲਿਖੀ ਸੀ ਜੀ। ਉਹ ਕਹਿੰਦਾ ਵੀ ਇਹ ਜੇਲ੍ਹ ਦੇ ਵਿੱਚ ਕਹਿੰਦੇ ਹੁੰਦੇ ਸੀ ਰਜਿੰਦਰ ਸਿੰਘ ਮਹਿਤਾ ਵੀ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਵਾ। ਜਿਹੜਾ ਵਿਰਸਾ ਸਿੰਘ ਵਲਟੋਆ ਕਹਿੰਦਾ ਸੀ ਮੈਂ ਮੁੱਖ ਮੰਤਰੀ ਬਣਨਾ ਵਾ। ਜਿਹੜਾ ਅਮਰਜੀਤ ਚਾਵਲਾ ਸੀ ਉਹਦਾ ਮੈਂ ਮੁੱਖ ਮੰਤਰੀ ਬਣਨਾ ਵਾ। ਤੇ ਜਿਹੜਾ ਸੰਧੂ ਸੀ ਰਵਿੰਦਰ ਸੰਧੂ ਦਾਅਵੇਦਾਰ, ਤਾਂ ਉਹ ਮੁੱਖ ਮੰਤਰੀ, ਲੇਕਿਨ ਮੂੰਹ ਖੋਲ ਕੇ ਨਹੀਂ ਸੀ ਕਰਦਾ। ਤੇ ਉਦੋਂ ਇਹਨਾਂ ਨੇ ਕਿਹਾ ਸੀ ਵੀ ਜੇ ਇਹ ਬਾਹਰ ਗਿਆ ਤੇ ਇੱਕ ਦਿਨ ਦਾ ਪ੍ਰਾਹੁਣਾ ਹੋਊਗਾ। ਇਸ ਕਰਕੇ ਮੈਂ ਸੋਚਦਾ ਵੀ ਜਿਹਨਾਂ ਦੀਆਂ ਆਸਾਂ ਪਹਿਲਾਂ ਲਾਈਆਂ ਸੀ ਗੋਲਕ ਲੁੱਟਣੀ ਅਸੀਂ, ਉਹ ਕਿਉਂ ਨਾ ਲੁੱਟਣ ਜੀ। ਮਹਿਤਾ ਸਾਹਿਬ ਹੁਣ ਮੈਂਬਰ ਨੇ, ਬੜੇ ਚਿਰ ਤੋਂ ਉੱਥੇ ਆ ਰਹੇ ਨੇ, ਮੇਰੇ ਖਿਆਲ ਘੱਟੋ ਘੱਟ 20-22 ਸਾਲ ਤੋਂ ਮੈਂਬਰ ਨੇ ਜੀ। ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਅੰਦਰ ਦੇ ਉੱਥੇ ਰੈਸਟੋਰੈਂਟ ਜਿਹੜਾ ਉੱਥੇ ਹਵੇਲੀ ਰੈਸਟੋਰੈਂਟ ਖੋਲ੍ਹੇ ਜਿੱਥੇ ਕਮਰੇ 2, ਉਹ ਦਵਾਇਆ ਜ਼ਰੂਰ ਆ, ਤੇ ਨਾਲ ਉਹਨਾਂ ਦਾ ਹਾਲ ਜਿਹੜੇ ਵੱਖਰੇ ਉਹ ਫ੍ਰੀ ਨੇ ਜੀ। ਜਿਨ੍ਹਾਂ ਦੀ ਇੱਕ ਵਾਰੀ ਤੋਂ ਬਾਅਦ ਮੁੜ ਕੇ ਜਦੋਂ ਕਿ ਹਰ ਸਾਲ ਠੇਕਾ ਆਉਣਾ ਹੁੰਦਾ ਵਾ, ਉਹ ਠੇਕਾ ਨਹੀਂ ਹੁੰਦਾ। ਪੈਸੇ ਪਤਾ ਦਿੰਦੇ ਕਿ ਨਹੀਂ ਦਿੰਦੇ। ਜਿੱਦਾਂ ਬਾਦਲ ਪਰਿਵਾਰ ਜਿਹੜਾ ਉਸ ਪੀਟੀਸੀ ਵਾਲੇ ਜਿਹੜੇ ਪੈਸੇ ਆ, ਜਿਹੜੇ ਅਸੀਂ ਈਟੀਸੀ ਤੋਂ ਪੈਸੇ ਲੈਂਦੇ ਸੀਗੇ, ਤੇ ਈਟੀਸੀ 50 ਲੱਖ ਰੁਪਏ ਸਾਲ ਦਾ ਦਿੰਦਾ ਸੀ, ਗੁਰੂ ਦੀ ਗੋਲਕ 'ਚ ਪਾਉਂਦਾ ਸੀ, ਰਸੀਦ ਕਢਾਉਂਦਾ ਸੀ ਉਹ। ਲੇਕਿਨ ਬਾਦਲ ਸਾਹਿਬ ਉਲਟੇ ਲੈਂਦੇ ਆ ਵੀ ਤੁਹਾਡਾ ਪ੍ਰੋਗਰਾਮ ਲੈ ਕਰਨੇ ਅਸੀਂ। ਜੇ ਕਿਤੇ ਅੱਜ ਸ਼੍ਰੋਮਣੀ ਕਮੇਟੀ ਆਪਣੇ ਕੋਲੋਂ ਖਰਚਾ ਨਾ ਕਰੇ, ਕਿਸੇ ਅਮੀਰ ਸਿੱਖ ਨੂੰ ਕਹਿ ਦੇਵੇ ਵੱਧ ਤੋਂ ਵੱਧ 4-5 ਲੱਖ ਰੁਪਇਆ ਲੱਗਣਾ ਵਾ, ਤੇ ਤੁਸੀਂ ਉੱਥੇ ਆਪਣਾ 24 ਘੰਟੇ ਗੁਰਦਰਬਾਰ ਸਾਹਿਬ ਲੈ ਹੁੰਦਾ ਕੀਰਤਨ ਇੰਟਰਨੈਟ ਤੇ ਦੇ ਸਕਦੇ ਹੋ ਜੀ ਜੀ। ਜਿੱਦਣ ਉਹ ਇੰਟਰਨੈਟ ਤੇ ਅਵੇਲੇਬਲ ਹੋ ਗਿਆ, ਮੁੜ ਕੇ ਪੀਟੀਸੀ ਕਿਸੇ ਦੀ ਵੇਖਣਾ। ਪੀਟੀਸੀ ਕੁਛ ਸ਼ਰਤ ਜਾਂ ਵਿਖਾਈ ਜਾਂਦਾ, ਕੁਛ ਦਿਸ਼ਾ ਵਿਖਾਈ ਜਾਂਦਾ ਵਾ, ਤੇ ਜਿਹੜਾ ਨੈੱਟ ਆ ਇੰਟਰਨੈਟ ਦੇ ਉੱਤੇ ਸਾਰੀ ਦੁਨੀਆ 'ਚ ਵੇਖਿਆ ਜਾਏਗਾ। ਲੇਕਿਨ ਸਿਰਫ ਲੁੱਟ ਦੀ ਗੱਲ ਆ। ਤੇ ਮੈਂ ਸੋਚਦਾ ਵੀ ਮੰਨੇ ਨੇ ਚੰਗਾ ਕੀਤਾ, ਲੇਕਿਨ ਪਹਿਲਾਂ ਵੀ ਛਪ ਚੁੱਕਾ ਵਾ, ਤੇ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਨਹੀਂ ਕਰਦੀ। ਇੰਨੇ ਕੋ ਢੀਠ ਹੋ ਚੁੱਕਿਆ ਵੀ ਉਹ ਸੁਣਦੇ ਹੀ ਨਹੀਂ। ਹੁਣ ਮੈਂ ਗੱਲ ਕਰਦਾ ਵਾਂ ਸਾਡੇ ਮਾਨਯੋਗ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਜੀ, ਉਹਨਾਂ ਪਿੱਛੇ ਜੇ 1-2 ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਉੱਤੋਂ ਤਲਾਵਾਂ ਖਿੱਚੀਆਂ ਜਾਂਦੀਆਂ। ਉਹਨਾਂ ਨੇ ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਉਹਨੂੰ ਸਿਸਟੇਮੈਟਿਕਲ ਕਰਨ ਦੀ ਗੱਲ ਕੀਤੀ ਹੈ ਜੀ। ਉਹਨਾਂ ਨੂੰ ਡਾਕਟਰ ਅਨੁਰਾਗ ਸਿੰਘ ਜਾ ਕੇ ਦੱਸਿਆ ਵੀ ਇੱਥੇ ਇਹ ਕੁਛ ਹੋਇਆ, ਇਹ ਲੁੱਟ ਹੋਈ। ਉਹਨਾਂ ਕਿ ਸਾਰੀ ਲਿਸਟਾਂ ਤਿਆਰ ਕਰੋ, ਤੁਸੀਂ ਵੇਖੀ ਕੀ ਹੈ ਕੀ ਨਹੀਂ ਹੈਗਾ। ਤੇ ਜੇ ਕੋਈ ਕੰਮ ਕਰਦਾ ਵਾ ਗੋਬਿੰਦ ਸਿੰਘ ਲੌਂਗੋ ਵਰਗਾ, ਤੇ ਉਹਨੂੰ ਕੰਮ ਵੀ ਨਹੀਂ ਕਰਨ ਦਿੱਤਾ ਜਾਂਦਾ। ਇਹਦਾ ਸਿਆਸੀਕਰਨ ਪੂਰੀ ਤਰ੍ਹਾਂ। ਤੇ ਮੈਂ ਸੋਚਦਾ ਵੀ ਇਹਦੇ 'ਤੇ ਇੱਕ ਕਮੇਟੀ ਨਹੀਂ ਬਣਾਈ ਜਾਵੇ, ਇਹਦੇ ਉੱਤੇ ਇੱਕ ਬਾਹਰ ਦੀ ਏਜੰਸੀ ਤੋਂ ਕਿਤੇ ਜਾਂਚ ਕਰਾਈ ਜਾਵੇ ਵੀ ਹੁਣ ਤੱਕ ਲੁੱਟ ਕਿੰਨੀ ਹੋ ਚੁੱਕੀ ਹੈ ਜੀ, ਤੇ ਜਿਹੜੇ ਬੰਦਿਆਂ ਕੀਤੀ ਉਹਨਾਂ ਕੋਲ ਵਸੂਲੀ ਜਾਵੇ ਜੀ। ਭੱਟੀ ਸਾਹਿਬ, ਗੱਲ ਪੰਜਾਬ ਦੇ ਪਾਣੀਆਂ ਦੀ ਅਸੀਂ ਕਰਦੇ ਹਾਂ। ਪਾਣੀਆਂ ਦੇ ਵਿੱਚ ਜ਼ਹਿਰ ਜਿਹੜੀ ਆ ਉਹ ਘੁਲ ਰਹੀ ਆ। ਉਸ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੀਆਂ ਕੀਟਨਾਸ਼ਕ ਆ ਉਹ ਜ਼ਮੀਨ ਜਿਹੜੀ ਆ ਉਸ ਦੀ ਉਪਜਾਊ ਸ਼ਕਤੀ ਨੂੰ ਵੀ ਖਰਾਬ ਕਰ ਰਹੀਆਂ ਨੇ, ਜ਼ਮੀਨ ਨੂੰ ਵੀ
ਪੋਲਿਊਟਡ ਕਰ ਰਹੀਆਂ ਨੇ, ਉਸ ਦੇ ਨਾਲ ਜਿਹੜੀ ਉਸ ਜ਼ਮੀਨ ਦੇ ਵਿੱਚ ਉੱਗਣ ਵਾਲੀ ਫਸਲ ਆ ਉਸ ਦੀ ਗੱਲ ਕਰੀਏ, ਉਹ ਜਦੋਂ ਸਾਡੇ ਤੱਕ ਪਹੁੰਚਦੀ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਉਹ ਬਹੁਤ ਵੱਡਾ ਨੁਕਸਾਨ ਜਿਹੜਾ ਆ ਉਹ ਮਨੁੱਖੀ ਸਰੀਰ ਨੂੰ ਵੀ ਕਰਦੀ ਆ। ਇਸੇ ਦੇ ਚੱਲਦਿਆਂ ਹੀ ਇੱਕ ਗੱਲ ਸਾਹਮਣੇ ਜਿਹੜੀ ਆ ਉਹ ਇਹ ਆਈ ਆ ਕਿ ਗਾਂ ਨੂੰ ਸੰਤਾਨ ਹੋਣੀ ਜਿਹੜੀ ਆ ਉਹ ਮੁਸ਼ਕਿਲ ਹੋ ਜਾਏਗੀ ਜੇਕਰ ਇਸੇ ਤਰ੍ਹਾਂ ਹੀ ਲਗਾਤਾਰ ਪੰਜਾਬ ਦੀ ਧਰਤੀ ਦੀ ਗੱਲ ਕਰ ਲਈ ਜਾਵੇ ਜਾਂ ਜਿੱਥੇ ਜਿੱਥੇ ਵੀ ਕੀਟਨਾਸ਼ਕ ਦੀ ਜ਼ਿਆਦਾ ਸਪਰੇਅ ਹੋ ਰਹੀ ਆ। ਜਿੱਥੋਂ ਤੱਕ ਕੀਟਨਾਸ਼ਕ ਤੁਸੀਂ ਗੱਲ ਕੀਤੀ ਆ ਜੀ, ਇਹ ਅਮਰੀਕਾ ਦੀ ਇੱਕ ਮੈਡੀਕਲ ਦੀ ਸੰਸਥਾ ਵਾ, ਉਹਨਾਂ ਸਰਵੇ ਕੀਤਾ ਵਾ ਜੀ। ਉਹਨਾਂ ਕਿਹਾ ਵੀ ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਜਿੱਥੇ ਵਰਤੀਆਂ ਜਾਂਦੀਆਂ ਸਬਜ਼ੀਆਂ ਦੇ ਉੱਤੇ ਜੀ, ਤੇ ਇਹਨਾਂ ਦੇ ਨਾਲ ਜਿਹੜੇ ਆ ਉਹ ਜਿਹੜੇ ਬੰਦੇ ਨੇ ਉਹ ਨਪੁੰਸਕ ਬਣ ਰਹੇ ਨੇ ਜੀ, ਉਹ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹਿਣਗੇ ਜੀ। ਇਸ ਤੋਂ ਪਹਿਲਾਂ ਮੈਂ ਕਹਿੰਦਾ ਉਹ ਤੇ ਬਾਹਰ ਦੀ ਗੱਲ ਆ, ਸਾਡੇ ਪਟਿਆਲੇ ਡਾਕਟਰ ਹਰਚਿੰਦਰ ਕੌਰ ਨੇ ਜੀ, ਡਾਕਟਰ ਹਰਚਿੰਦਰ ਕੌਰ ਕਈ ਵਾਰੀ ਕਹਿ ਚੁੱਕੇ ਆ ਵੀ ਜਿਸ ਤਰੀਕੇ ਨਾਲ ਸਾਡੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਰਹੇ ਆ, ਜੀ, ਪਹਿਲੀ ਗੱਲ ਤੇ ਆਉਣ ਵਾਲੇ ਸਮੇਂ 'ਚ ਬੱਚੇ ਪੈਦਾ ਨਹੀਂ ਹੋਣਗੇ, ਜੀ, ਜੇ ਹੋਣਗੇ ਤੇ ਹਿਜੜੇ ਪੈਦਾ ਹੋਣਗੇ, ਜੀ, ਕਿੰਨਰ ਪੈਦਾ ਹੋਣਗੇ। ਜੀ। ਤੇ ਮੈਂ ਸੋਚਦਾ ਵੀ ਜੇ ਉਹਦੀ ਗੱਲ ਸੱਚੀ ਆ ਤੇ ਸਰਕਾਰਾਂ ਨੂੰ ਚਾਹੀਦਾ ਵੀ ਫਿਰ ਜੈਵਿਕ ਖੇਤੀ ਕਰਨ, ਕੁਦਰਤੀ ਖੇਤੀ ਕਰਨ ਲਈ ਮਜਬੂਰ ਕਰਨ, ਇਹ ਰਸਾਇਣਕ ਖਾਦਾਂ ਨੂੰ ਕੀਟਨਾਸ਼ਕ ਨੂੰ ਬੰਦ ਕਰਨ। ਉਹ ਵੀ ਕਹਿੰਦੇ ਆ, ਉਹਨੇ ਲਿਖਿਆ ਕਹਿੰਦਾ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਇਹਦੇ 'ਚ ਗੁਨਗੁਨਾ ਪਾ ਕੇ ਵਿੱਚ ਲੂਣ ਪਾਓ 1 ਚਮਚਾ, ਅੱਧਾ ਘੰਟਾ ਭਿੱਜਿਆ ਰਹਿਣ ਦਿਓ, ਫਿਰ ਇਹਨੂੰ ਸਾਫ਼ ਕਰੋ ਤੇ ਫਿਰ ਬਣਾਓ, ਤਾਂ ਕਿ ਉਹ ਕੀਟਨਾਸ਼ਕ ਦਾ ਅਸਰ ਘਟ ਸਕੇ, ਖਤਮ ਨਹੀਂ ਹੋਇਆ, ਘਟ ਸਕੇ। ਤੇ ਮੈਂ ਸੋਚਦਾ ਇਹ ਬਹੁਤ ਜ਼ਰੂਰੀ ਆ। ਪਾਣੀ ਬਾਰੇ ਤਾਂ ਅਸੀਂ ਚਲੋ ਜਾਗਰੂਕ ਹੋ ਹੀ ਰਹੇ ਹਾਂ, ਇਹ ਕੀਟਨਾਸ਼ਕ ਪ੍ਰਤੀ ਸਾਨੂੰ ਜਾਗਰੂਕ ਹੋਣਾ ਪਊਗਾ। ਅੱਜ ਦੀ ਡੇਟ ਦੇ ਵਿੱਚ ਸਾਡੇ ਵੀਰ ਜਿਹੜੇ ਸਬਜ਼ੀਆਂ ਉਗਾਉਂਦੇ ਨੇ, ਇੰਨਾ ਕੁ ਹੁੰਦੀ ਆ, ਕੱਦੂ ਹੁੰਦਾ ਵਾ, ਉਹਨੂੰ ਟੀਕਾ ਲਾਉਂਦਾ ਫਿਰ ਏਡਾ ਵੱਡਾ ਹੋ ਜਾਂਦਾ, ਜੋ 1 ਸਾਲ ਦੇ ਵਿੱਚ 1 ਰਾਤ ਦੇ ਵਿੱਚ ਇੱਦਾਂ ਵੱਡਾ ਹੋ ਜਾਂਦਾ ਵਾ। ਤਾਂ ਦਵਾਈ ਨਾ ਹੋਇਆ ਤੇ ਜਿਹਦੇ ਦਵਾਈ ਅੰਦਰ ਜਾਊਗੀ ਉਹ ਕੀ ਕਰੂਗੀ ਜੀ। ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਵੀ ਇਸ ਪਾਸੇ 'ਤੇ ਧਿਆਨ ਦੇਵੇ, ਇਸ ਪਾਸੇ ਦੇ ਵੱਖਰੀਆਂ ਟੀਮਾਂ ਬਣਾ ਕੇ ਜਿਹੜੀ ਕੀਟਨਾਸ਼ਕ ਦਵਾਈਆਂ ਦੀ ਵੀ ਜਾਂਚ ਕੀਤੀ ਜਾਵੇ ਵੀ ਅਸਲੀ ਬਣਦੀਆਂ ਕਿ ਨਕਲੀ ਬਣਦੀਆਂ। ਤੁਹਾਨੂੰ ਪਤਾ ਹੈ ਕਿ ਜਦੋਂ ਤੋਤਾ ਸਿੰਘ ਮੰਤਰੀ ਸੀਗਾ, ਖੇਤੀਬਾੜੀ ਮੰਤਰੀ, ਤੇ ਉਦੋਂ ਮਾਲਵੇ ਦੇ ਵਿੱਚ ਜਿਹੜੀ ਕੀਟਨਾਸ਼ਕ ਪਾਈ ਗਈ ਸੀ ਇਹਨੂੰ ਆਪਣੇ ਨੂੰ ਨਰਮੇ ਨੂੰ, ਉਹ ਸੁੰਡੀ ਮਰੀ ਨਹੀਂ, ਸੁੰਡੀ ਨਹੀਂ ਸੀ ਮਰੀ, ਨਰਮਾ ਮਰ ਗਿਆ ਸੀ ਜੀ। ਇਸ ਕਰਕੇ ਇਹ ਕੀਟਨਾਸ਼ਕ ਜਲਦੀ ਵੀ ਆ ਰਹੀਆਂ ਨੇ ਤੇ ਇਹਨਾਂ 'ਤੇ ਪੂਰੀ ਜਾਂਚ ਹੋਣੀ ਚਾਹੀਦੀ। ਪਹਿਲੀ ਗੱਲ ਤਾਂ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ। ਜੇ ਸ਼੍ਰੋਮਣੀ ਕਮੇਟੀ ਆਪਣੀ ਜੈਵਿਕ ਖੇਤੀ ਕਰ ਸਕਦੀ ਆ, ਪਿੰਡ ਵਾਲੇ ਜੈਵਿਕ ਖੇਤੀ ਕਰ ਸਕਦੇ, ਫਿਰ ਆਮ ਕਿਸਾਨ ਕਿਉਂ ਨਹੀਂ? ਉਸ ਪਾਸੇ ਜਿਹੜਾ ਸੀ ਲੋਕਾਂ ਦੀ ਪ੍ਰਵਿਰਤੀ ਲਿਆਉਣੀ ਚਾਹੀਦੀ ਆ, ਤਾਂ ਕਿ ਇਹ ਅਸੀਂ ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ, ਆਪਣੇ ਲੋਕਾਂ ਨੂੰ ਬਚਾ ਸਕੀਏ। ਭੱਟੀ ਸਾਹਿਬ, ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ, ਉਸ ਨੂੰ ਲੈ ਕੇ ਵਿਸ਼ਵ ਪੱਧਰ ਦੇ ਉੱਤੇ ਬੜੀਆਂ ਤਿਆਰੀਆਂ ਚੱਲ ਰਹੀਆਂ। ਉਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਅਤੇ ਵੱਖ-ਵੱਖ ਸੰਸਥਾਵਾਂ ਨੂੰ, ਵੱਖ-ਵੱਖ ਲੋਕਾਂ ਨੂੰ, ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਨੂੰ ਸੱਦੇ ਦਿੱਤੇ ਜਾ ਰਹੇ ਆ। ਇੱਕ ਗੱਲ ਸਾਹਮਣੇ ਆਈ ਆ ਕਿ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਮਨਾਇਆ ਜਾਣਾ ਹੈ ਅਤੇ ਰਾਧਾ ਸੁਆਮੀਆਂ ਨੂੰ ਵੀ ਉਸ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਿਹੜੀ ਗੱਲ ਤੁਸੀਂ ਕੀਤੀ ਹੈ ਜੀ, ਇਕੱਲੇ ਰਾਧਾ ਸੁਆਮੀ ਨਹੀਂ ਜੀ, ਰਾਧਾ ਸੁਆਮੀ ਡੇਰੇ ਦੇ ਮੁਖੀ ਜਿਹੜੇ ਬਾਬਾ ਢਿੱਲੋਂ ਸਾਹਿਬ ਨੇ, ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ। ਕੱਲ੍ਹ ਸੱਭਿਆਚਾਰਕ ਮੰਤਰੀ ਜਿਹੜੇ ਸਾਡੇ ਚੰਨੀ ਜੀ ਨੇ ਜਦੋਂ ਲਿਸਟ ਤਿਆਰ ਕਰ ਰਹੇ ਸੀਗੇ, ਉਹ ਲਿਸਟ ਦੇ ਵਿੱਚ ਰਾਧਾ ਸੁਆਮੀ ਅਤੇ ਨਿਰੰਕਾਰੀ ਦਾ ਨਾਂ ਆਇਆ ਸੀਗਾ, ਜਿਨ੍ਹਾਂ ਨੇ ਕਿਹਾ ਕਿ ਅਸੀਂ ਐਡਰੈਸ ਪਤਾ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਅਸੀਂ ਲੈਟਰ ਪਾ ਸਕੀਏ, ਬਾਅਦ 'ਚ ਫੋਨ 'ਤੇ ਵੀ ਕੰਸਲਟ ਕਰ ਲਾਂਗੇ। ਲੇਕਿਨ ਉਹਦੇ ਵਿੱਚ ਜਦੋਂ ਨਿਰੰਕਾਰੀ ਦਾ ਨਾਂ ਨਾਲ ਆਇਆ ਤੇ ਇੱਕ ਚਰਚਾ ਦਾ ਵਿਸ਼ਾ ਬਣ ਗਿਆ। ਹਾਲੀ ਰਾਧਾ ਸੁਆਮੀ ਦੇ ਨਾਂ ਦੇ ਕਿਸੇ ਨੂੰ ਕੋਈ ਦਿੱਕਤ ਨਹੀਂ, ਕਿਉਂਕਿ ਸਾਡੇ ਜਿੰਨੇ ਵੀ ਲੀਡਰ ਹੈ, ਭਾਵੇਂ ਸੁਖਬੀਰ ਸਿੰਘ ਬਾਦਲ ਲੈ ਲਓ, ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਲਓ, ਭਾਵੇਂ ਬਿਕਰਮ ਮਜੀਠੀਆ ਲੈ ਲਓ, ਭਾਵੇਂ ਕੈਪਟਨ ਅਮਰਿੰਦਰ ਸਿੰਘ ਲੈ ਲਓ, ਜਿਹੜੇ ਮਰਜ਼ੀ ਆ, ਸਾਰੇ ਲੀਡਰ ਜਦੋਂ ਵੋਟਾਂ ਆਉਂਦੀਆਂ ਜਾ ਕੇ ਉਹਦੇ ਚਰਨਾਂ 'ਚ ਬੈਠਦੇ ਬਾਬੇ ਦੇ ਚਲੋ। ਉੱਤੇ ਬਾਬੇ ਨੇ ਇਹ ਵੀ ਗੱਲ ਕਹੀ ਆ, ਦਰਬਾਰ ਸਾਹਿਬ ਜਦੋਂ ਆਏ ਸੀ, ਮੈਂ ਸਵਾਲ ਪੁੱਛਿਆ ਸੀ ਵੀ ਤੁਸੀਂ ਆਪਣੇ ਨੂੰ ਗੁਰੂ ਖਵਾਉਂਦੇ, ਕਹਿੰਦਾ ਮੈਂ ਗੁਰੂ ਹੈ ਹੀ ਨਹੀਂ, ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ। ਤੇ ਮੈਂ ਕਿਹਾ ਜੀ ਲੋਕ ਕਹਿੰਦੇ, ਕਹਿੰਦਾ ਤੁਸੀਂ ਵੀ ਕਹਿ ਲਓ। ਉਹਨਾਂ ਬੜਾ ਸਵਾਲ ਦਿੱਤਾ ਸੀ, ਮੈਂ ਗੁਰੂ ਨਹੀਂ, ਮੈਂ ਤੇ ਗੁਰੂ ਘਰ ਦਾ ਸੇਵਕ ਹਾਂ ਜੀ। ਜਿੱਥੋਂ ਗੱਲ ਕਹੀ ਨਿਰੰਕਾਰੀਆਂ ਦੀ, ਨਿਰੰਕਾਰੀਆਂ ਤੇ ਜਿਹੜੀ 13 ਅਪ੍ਰੈਲ 1978 ਨੂੰ ਭਾਣਾ ਵਰਤਿਆ ਸੀ, ਜਿਹਦੇ ਵਿੱਚ 13 ਜਿਹੜੇ ਸੀ ਸਿੰਘ ਸ਼ਹੀਦ ਹੋਏ ਸੀ, 3 ਨਿਰੰਕਾਰੀ ਸ਼ਹੀਦ ਮਾਰੇ ਗਏ ਸੀ ਤੇ 1 ਰਿਕਸ਼ੇ ਵਾਲਾ ਮਾਰਿਆ ਗਿਆ ਸੀ ਜੀ। ਟੋਟਲ 17 ਬੰਦੇ ਮਾਰੇ ਗਏ ਸੀ।
ਉਸ ਝੜਪ ਤੋਂ ਬਾਅਦ ਨਿਰੰਕਾਰੀਆਂ ਨੂੰ ਜਿਹੜਾ ਸੀ ਛੇਕ ਦਿੱਤਾ ਗਿਆ ਵੀ ਇਹਨਾਂ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਲੇਕਿਨ ਸਾਡੇ ਲੀਡਰ ਵੋਟਾਂ ਦੇ ਆਉਣ ਤੇ ਇਹਨਾਂ ਦੇ ਫਿਰ ਚਰਨੀ ਜਾ ਕੇ ਲੱਗਦੇ ਰਹੇ, ਭਾਵੇਂ ਕਿਸੇ ਦੀ ਫੋਟੋ ਆਈ ਜਾਂ ਨਹੀਂ ਆਈ। ਟੌੜਾ ਸਾਹਿਬ ਦੀ ਇੱਕ ਵਾਰੀ ਫੋਟੋ ਰਿਲੀਜ਼ ਹੋਈਆਂ ਸੀ ਵੀ ਉਹ ਪਟਿਆਲੇ ਦੇ ਨਿਰੰਕਾਰੀ ਭਵਨ ਚਲੇ ਗਏ ਸੀ। ਉਹ ਕਹਿੰਦੇ ਜੀ ਬਾਅਦ 'ਚ ਮੈਨੂੰ ਪਤਾ ਲੱਗਾ, ਮੈਂ ਫਟਾਫਟ ਬਾਹਰ ਆ ਗਿਆ। ਉਹ ਆ ਗਏ ਜਾਂ ਨਹੀਂ ਆ ਗਏ, ਵੋਟਾਂ ਲੈਣ ਵਾਸਤੇ ਜੇ ਤੁਸੀਂ ਜਾ ਸਕਦੇ ਹੋ ਤੇ ਫਿਰ ਉਹਨਾਂ ਦੇ ਸੱਦਣ ਮਿੱਤਰ ਤੇ ਕਿਸੇ ਨੂੰ ਇਤਰਾਜ਼ ਕਿਉਂ ਸਕਦਾ। ਦੂਸਰੀ ਗੱਲ, ਉੱਥੇ ਇੱਕ ਲੇਡੀ ਬੈਠੀ ਬੀਬੀ ਅੱਜ ਕੱਲ੍ਹ ਨਿਰੰਕਾਰੀ ਦੀ ਮੁਖੀ ਜੀ, ਜਿਹੜੀ ਸਾਡੀ ਲੜਾਈ ਸੀ ਸਾਡੀ ਗਿਆਨੀ ਬਾਬੇ ਗੁਰਬਚਨ ਸਿੰਘ ਨਾਲ, ਉਹਦਾ ਬਦਲਾ ਭਾਈ ਰਣਜੀਤ ਸਿੰਘ ਨੇ ਲੈ ਲਿਆ। ਉਹ ਗੱਲ ਗਈ ਮੁੱਕ। ਤੇ ਮੈਂ ਤੇ ਸੋਚਦਾ ਵੀ ਇਸ ਗੱਲ ਨੂੰ ਬਰਦਾਸ਼ਤ ਕਰਕੇ ਜੇ ਸਿੱਖ ਸਾਰੇ ਇਕੱਠੇ ਹੁੰਦੇ, ਇਕੱਠੇ ਹੋਣ ਵਾਲੇ ਪਾਸੇ ਵਧਣਾ ਚਾਹੀਦਾ ਵਾ। ਅਜੇ ਤੱਕ ਇਹਦੇ ਤੇ ਜਥੇਦਾਰ ਅਕਾਲ ਤਖਤ ਦਾ, ਅਜੇ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਉਹਨਾਂ ਆਪਣਾ ਪੱਖ ਪੇਸ਼ ਨਹੀਂ ਕੀਤਾ, ਉਹਨਾਂ ਆਪਣੀ ਕੋਈ ਪ੍ਰਕਿਰਿਆ ਨਹੀਂ ਦਿੱਤੀ ਕੀ ਕਹਿੰਦੇ ਕੀ ਨਹੀਂ ਕਹਿੰਦੇ। ਲੇਕਿਨ ਮੇਰੀ ਆਪਣੀ ਨਿੱਜੀ ਰਾਏ ਆ ਵੀ ਉਸ ਹੁਕਮਨਾਮੇ ਦੀ ਬਜਾਏ ਜੇ ਕਿਤੇ ਨਿਰੰਕਾਰੀ ਆ ਕੇ ਆਪਣੀ ਗਲਤੀ ਤਸਲੀਮ ਕਰ ਲੈਂਦੇ, ਗਲਤੀ ਹੋਈ ਸੀ ਸਾਡੇ ਕੋਲੋਂ, ਜੇ ਬਾਬਾ ਸੰਤਾ ਸਿੰਘ ਮਾਫੀ ਦਿੱਤੀ ਜਾ ਸਕਦੀ ਫਿਰ ਇਹਨਾਂ ਨੂੰ ਕਿਉਂ ਨਹੀਂ। ਇਸ ਕਰਕੇ ਜੋ ਆ ਜਾਂਦੇ ਆ ਤੇ ਸਰਕਾਰ ਨੇ, ਤੇ ਵੇਖੋ ਸਰਕਾਰ ਦੇ ਬਰਾਬਰ ਨੇ, ਸਰਕਾਰ ਨੇ ਬੁਲਾਉਣਾ। ਜੇ ਇਤਰਾਜ਼ ਹੋਇਆ ਤੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਅਕਾਲੀ ਦਲ ਨੂੰ ਹੋਏਗਾ, ਅਕਾਲੀ ਦਲ ਨੂੰ ਸ਼ਾਇਦ ਨਾ ਹੋਵੇ ਤੇ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਨੂੰ ਹੋਏਗਾ ਜੀ। ਤੇ ਜੇ ਇਹ ਗੱਲ ਹੋ ਜਾਂਦੀ ਹੈ ਵੀ ਉਹਨਾਂ ਨੂੰ ਮਾਫੀ ਦਿੱਤੀ ਜਾਂਦੀ ਹੈ, ਚੰਗੀ ਗੱਲ, ਸਿੱਖ ਇੱਕ ਦਾ ਸੂਤਰ 'ਚ ਪਰੋਏ ਜਾਣਗੇ ਜੀ। ਭੱਟੀ ਸਾਹਿਬ, ਹਰਿਆਣਾ ਦਾ ਸ਼ਹਿਰ ਹੈ ਸਿਰਸਾ, ਉਹ ਕਹਿੰਦੇ ਨਸ਼ਿਆਂ ਦੀ ਬੰਦਰਗਾਹ ਬਣਿਆ ਹੋਇਆ ਆ ਇੰਨੀ ਦੇਣੀ, ਤੇ ਕੁਝ ਗੱਲਾਂ ਵੀ ਸਾਹਮਣੇ ਆਈਆਂ, ਮਾਤਾ ਗਿਆਨ ਕੌਰ ਵੱਲੋਂ ਵੀ ਕਈ ਕੁਝ ਕਿਹਾ ਗਿਆ ਆ। ਤੁਸੀਂ ਕੀ ਕਹਿਣਾ ਚਾਹੋਗੇ? ਨਸ਼ਿਆਂ ਦੀ ਬੰਦਰਗਾਹ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਨਸ਼ੇ ਕਿਸ ਹੱਦ ਤੱਕ ਉੱਥੇ ਵਿਕ ਰਹੇ ਆ? ਹੱਦ ਤੋਂ ਵੱਧ ਤੇ ਹੱਦੋਂ ਵੱਧ ਹੋ ਗਏ ਜੀ। ਤੁਹਾਨੂੰ ਪਤਾ ਵੀ ਪਿਛਲੇ ਲਈ 4-5 ਦਿਨ ਹੋ ਗਏ ਆ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਮੀਟਿੰਗ ਹੋਈ ਸੀ ਜੀ। ਉਹ ਮੀਟਿੰਗ ਦਾ ਏਜੰਡਾ ਨਸ਼ੇ ਸੀ। ਜਿਹੜੇ ਪੰਜਾਬ ਦੇ ਵਿੱਚੋਂ ਤੋਂ ਢਿਬਰੀ ਟੈਟ ਕੀਤੀ ਹੈ ਥੋੜ੍ਹੀ ਜਿਹੀ ਸਰਕਾਰ ਨੇ, ਤੇ ਜਿਹੜੇ ਸਾਡੇ ਇੱਧਰੋਂ ਸਮਗਲਰ ਸੀ ਉਹ ਹਰਿਆਣੇ ਵਾਲੇ ਪਾਸੇ ਰਾਜਸਥਾਨ ਚਲੇ ਗਏ ਜੀ, ਵੀ ਉੱਥੋਂ ਆਪਣਾ ਜਿਹੜਾ ਸੀ ਉਹ ਦੁਕਾਨਦਾਰੀ ਚਲਾਉਣਗੇ। ਹੁਣ ਸਰਸਾ ਜਿਹੜਾ ਵਾ, ਸਰਸੇ ਦੇ ਵਿੱਚ ਜਦੋਂ ਜਾ ਕੇ ਪੁੱਛਿਆ ਵੀ ਬੀਬੀ ਇੱਥੇ ਕੋਈ ਨਸ਼ਿਆਂ ਵਾਲੇ ਕਿੱਦਾਂ ਫਿਰਦੇ, ਪੁਲਿਸ ਨੂੰ ਦੱਸਿਆ ਤੁਸੀਂ? ਉਹ ਕਹਿੰਦੀ ਪੁਲਿਸ ਕੀ ਕਰੂਗੀ, ਤੈਨੂੰ ਮੈਂ ਦੱਸਦੀ ਹਾਂ। ਬੀਬੀ ਗਿਆਨ ਕੌਰ ਕਾਲਿਆਂ ਵਾਲੀ ਪਿੰਡ ਛੱਡੋ ਨਾਲ, ਉਹ ਆਂਦੀ ਵੀ ਮੈਂ ਦੱਸਦੀ ਵੀ ਨਸ਼ਾ ਕਿੱਥੋਂ ਤੇ ਕਿਵੇਂ ਤੇ ਕੌਣ ਵੇਚਦਾ, ਮੈਂ ਦੱਸਦੀ ਤੁਹਾਨੂੰ। ਤੇ ਜਦੋਂ ਇਹ ਜਿਹੜੀ ਉਹਦੀ ਵੀਡੀਓ ਜਿਹੜੀ ਸੀ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤੇ ਫਿਰ ਭਾਜਣਾ ਪਈਆਂ ਪੁਲਿਸ ਨੂੰ। ਪੁਲਿਸ ਨੇ ਆਪਣੀਆਂ ਟੀਮਾਂ ਬਣਾ ਕੇ ਇਮੀਡੀਏਟਲੀ ਕਾਰਵਾਈ ਕੀਤੀ ਤੇ ਜਿਹੜੇ ਉੱਥੋਂ ਦੇ ਐਸਐਸਪੀ ਨੇ ਉਹ ਕਹਿ ਰਹੇ ਨੇ ਵੀ 350 ਸਮਗਲਰ ਹੁਣ ਤੱਕ ਜੀ ਫੜ ਚੁੱਕੇ ਨੇ ਜੀ, ਜਿਨ੍ਹਾਂ ਨੂੰ ਜੇਲ੍ਹ ਭੇਜ ਚੁੱਕੇ ਆ। ਗੱਲ ਇਹਦੀ ਉਹ ਸਮਗਲਰ ਨੇ, ਉਹ ਪੈਡਲਰ ਨੇ, ਜਾਂ ਕੋਈ ਨਸ਼ਾ ਕਰਨ ਵਾਲੇ ਨਹੀਂ ਪਤਾ ਕੌਣ। ਤੇ ਜੇ ਉਹਨਾਂ ਨੇ ਕੀਤੇ ਚੰਗੀ ਗੱਲ ਆ, ਲੇਕਿਨ ਇਹ ਜਿਹੜੀ ਬਲਾਵ ਆ ਇਹ ਜਿਹੜੀ ਦੂਸਰੀ ਉਸਮਤ ਜਾਰੀ ਆ, ਜਿਹਦੇ ਕਰਕੇ ਦੋਵਾਂ ਮੁੱਖ ਮੰਤਰੀ ਨੇ ਮੀਟਿੰਗ 'ਤੇ ਫੈਸਲਾ ਕੀਤਾ ਵੀ 25 ਤਰੀਕ ਨੂੰ ਇੱਕ ਵੱਡਾ ਸਮਾਗਮ ਕਰਾਂਗੇ ਅਸੀਂ ਦੋਵੇਂ ਸਟੇਟਾਂ। ਉਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੂੰ, ਰਾਜਸਥਾਨ ਦੇ ਮੁੱਖ ਮੰਤਰੀ ਨੂੰ, ਹਿਮਾਚਲ ਦੇ ਮੁੱਖ ਮੰਤਰੀ ਨੂੰ, ਇਹ ਸਾਰੇ ਇਹਨਾਂ ਨੂੰ ਅਸੀਂ ਸੱਦਾ ਦੇਵਾਂਗੇ ਕਿ ਉਹ ਵੀ ਆ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੈ ਹੀ ਨਹੀਂ, ਗਵਰਨਰ ਨੂੰ ਬੁਲਾਇਆ, ਗਵਰਨਰ ਜੇ ਉੱਥੇ ਮਤਲਬ ਜਿਹੜੇ ਹੈਗੇ ਉਹਨਾਂ ਨੂੰ ਬੁਲਾਇਆ ਜਾਊਗਾ, ਉਹ ਵੀ ਆਪਣੇ ਅੱਗੇ ਵਿਚਾਰ ਪੇਸ਼ ਕਰਨ ਤੇ ਸਾਂਝੇ ਰੂਪ 'ਚ ਮੁਹਿੰਮ ਸ਼ੁਰੂ ਕਰਕੇ ਅਸੀਂ ਜਿਹੜਾ ਵਾ ਨਸ਼ਿਆਂ ਨੂੰ ਖਤਮ ਕਰੀਏ। ਚੰਗੀ ਗੱਲ ਆ, ਲੇਕਿਨ ਸਰਸੇ ਵਰਗਾ ਜਿਹੜਾ ਸ਼ਹਿਰ ਆ, ਜੇ ਉਹ ਨਸ਼ਿਆਂ ਦੀ ਦਲਦਲ ਜਾਂਦਾ ਵਾ ਤੇ ਫਿਰ ਹਰਿਆਣਾ ਕਿਵੇਂ ਬਚ ਸਕਦਾ ਜੀ। ਭੱਟੀ ਸਾਹਿਬ, ਨਵਜੋਤ ਸਿੰਘ ਸਿੱਧੂ ਦੀ ਗੱਲ ਦੁਬਾਰਾ ਜੇ ਕਰਾਂ ਤਾਂ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਦੇ ਕੋਲ ਗੱਲ ਕਰੀਏ, ਨੈਸ਼ਨਲ ਕਾਂਗਰਸ ਦੇ ਕੋਲ ਜਾਂ ਪੰਜਾਬ ਕਾਂਗਰਸ ਦੇ ਕੋਲ ਕੋਈ ਬਦਲ ਹੈ ਆ? ਤੁਸੀਂ ਕਿਵੇਂ ਦੇਖਦੇ ਹੋ ਜੇ ਨਵਜੋਤ ਸਿੱਧੂ ਇਸ ਵੇਲੇ ਕਾਂਗਰਸ ਨੂੰ ਛੱਡ ਜਾਂਦੇ ਆ, ਅਸਤੀਫਾ ਮੰਨ ਲਿਆ ਜਾਂਦਾ ਆ, ਤਾਂ ਫਿਰ ਕਾਂਗਰਸ ਦੇ ਕੋਲ ਕੀ ਉਹਨਾਂ ਦਾ ਕੋਈ ਬਦਲ ਹੈਗਾ, ਕੋਈ ਅਜਿਹਾ ਚਿਹਰਾ ਜਿਹੜਾ ਉਹ ਵੱਖ-ਵੱਖ ਜਗ੍ਹਾ 'ਤੇ ਜਿਵੇਂ ਪਹਿਲਾਂ ਪ੍ਰਚਾਰ ਕਰਦੇ ਰਹੇ, ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਰਹੇ ਆ, ਅਤੇ ਕਿਵੇਂ ਕਾਂਗਰਸ ਜਿਹੜੀ ਆ ਉਹ ਇਸ ਚੀਜ਼ ਨੂੰ ਲਏਗੀ? ਨਵਜੋਤ ਸਿੰਘ ਸਿੱਧੂ ਇੱਕ ਵਧੀਆ ਪ੍ਰਚਾਰਕ ਜੀ, ਸਟੇਜ ਦਾ ਧਨੀ ਆ, ਆਪਣੀ ਗੱਲ ਤਰੀਕੇ ਤੇ ਸਲੀਕੇ ਨਾਲ ਕਰਨੀ ਆਉਂਦੀ ਆ, ਲੋਕਾਂ ਨੂੰ ਆਪਣੇ ਸਾਹਮਣੇ ਬਿਠਾਉਣ ਦੀ ਸਮਰੱਥਾ ਹੈਗੀ ਆ, ਮਤਲਬ ਇੱਕ ਪਾਪੂਲਰ ਵਿਅਕਤੀ ਆ। ਅੱਜ ਵੀ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਤੋਂ ਕੋਈ ਆਸਾਂ ਲਗਾਈ ਬੈਠੇ ਨੇ ਜੀ, ਨਵਜੋਤ ਸਿੰਘ ਸਿੱਧੂ ਨਾਲ ਪਿਆਰ ਕਰਦੇ ਨੇ। ਜੇ ਮੈਂ ਸੋਚਦਾ ਵੀ ਉਹ ਵੱਖਰਾ ਹੋ ਕੇ ਆਪਣੇ ਹਲਕੇ ਦੀ ਵੈਸੇ ਆਜ਼ਾਦ ਚੋਣ ਲੜੇ, ਉਹਨੂੰ ਕੋਈ ਹਰਾ ਨਹੀਂ ਸਕਦਾ, ਲੇਕਿਨ ਸਿੱਧੂ ਨੂੰ ਕਿਹਾ ਜਾਂਦਾ ਵੀ ਉਹ ਕਾਂਗਰਸ ਦੇ ਵਿੱਚ ਰਫੇਲ ਆ, ਜਿਹਦਾ ਕੋਈ
ਰਫੇਲ ਜਹਾਜ਼ ਆ ਜੀ ਜਿਹਦਾ ਕੋਈ ਉਹਨਾਂ ਕੋਲ ਬਦਲ ਹੈ ਹੀ ਨਹੀਂ। ਜੀ ਇਹ ਗੱਲ ਵੀ ਠੀਕ ਆ। ਜੇ ਉਹ ਬੀਜੇਪੀ ਸੀ ਜੋ ਸਟੇਜ ਤੇ ਬੋਲਦਾ ਸੀ ਤੇ ਜਿਹੜੀਆਂ ਉਹਦੀਆਂ ਭਾਸ਼ਾ ਸੀ ਲੋਕੀ ਰਿਕਾਰਡ ਕਰਕੇ ਲੈ ਜਾਂਦੇ ਸੀ, ਸਿੱਧੂ ਨੇ ਜਾ ਕਰਕੇ ਸਿੱਧੂ ਨੇ ਜਾ ਗਈ। ਜੇ ਕਾਂਗਰਸੀ ਸਟੇਜਾਂ ਤੇ ਬੋਲਿਆ ਤਾਂ ਉਹਨੇ ਘੱਟ ਨਹੀਂ ਗੁਜ਼ਾਰੀ, ਉੱਥੇ ਵੀ ਸਟੇਜਾਂ ਜਿਹੜੀ ਸੀ ਲੋਕਾਂ ਨੂੰ ਬੰਨ੍ਹ ਕੇ ਬਿਠਾ ਦਿੰਦਾ ਸੀ ਜੀ। ਲੇਕਿਨ ਸਿੱਧੂ ਨੇ, ਮੈਂ ਸੋਚਦਾ ਵੀ ਇੱਕ ਪਲੈਨਿੰਗ ਦੇ ਤਹਿਤ ਬੜੇ ਢੁਕਵੇਂ ਸਮੇਂ ਤੇ ਅਸਤੀਫਾ ਦਿੱਤਾ ਜੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੰਨੀ ਗੱਲ ਕਹੀ ਵੀ ਸਾਡੀ ਸਰਕਾਰ ਆਈ, ਅਸੀਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਦਿਆਂਗੇ, ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਆਂਗੇ, ਖੇਤੀਬਾੜੀ ਨੂੰ ਬੜਾਵਾ ਦੇ ਦਿਆਂਗੇ, ਬੜਾ ਕੁਛ ਕਿਹਾ ਉਹਨਾਂ ਨੇ। ਤੇ ਸਹੁੰ ਖਾਧੀ ਗੁਟਕਾ ਫੜ ਕੇ, ਤੇ ਗੁਟਕਾ ਫੜਾਇਆ ਸੀ ਸਾਡੇ ਮਾਨਯੋਗ ਸੁਖਜਿੰਦਰ ਸਿੰਘ ਰੰਧਾਵਾ, ਸਾਡੇ ਆਪਣੇ ਮੰਤਰੀ ਜੀ। ਲੇਕਿਨ ਮੈਂ ਸੋਚਦਾ ਵੀ ਸਿੱਧੂ ਸਾਹਿਬ ਨੇ ਇਹ ਮਹਿਸੂਸ ਕਰ ਲਿਆ ਸੀਗਾ ਵੀ ਜੇ ਮੈਂ ਆਪਣੇ ਮੰਤਰੀ ਦੇ ਅਹੁਦੇ ਤੇ ਬਣਿਆ ਰਹਿੰਦਾ ਤੇ ਮੈਨੂੰ ਇੱਕ ਨਾ ਜ਼ਿਲ੍ਹੇ 'ਚ ਕਰਨਾ, ਇੱਕ ਮੈਂ ਲੋਕਾਂ ਨੂੰ ਜ਼ਿਲ੍ਹੇ ਨੂੰ ਰਹੂੰਗਾ, ਲੋਕ ਕਹਿਣਗੇ ਵੀ ਸਿੱਧੂ ਵੀ ਕੁਛ ਨਹੀਂ ਕਰ ਸਕਿਆ, ਜਾਂ ਸਿੱਧੂ ਲੈਂਦਾ ਸਿੱਧੂ ਕੁਛ ਨਹੀਂ ਕਰ ਸਕਿਆ। ਉਹਨੇ ਹੁਣ ਅਸਤੀਫਾ ਦਿੱਤਾ ਵੀ ਆਉਣ ਵਾਲੀ ਇਲੈਕਸ਼ਨ 'ਚ ਕਹੂਗਾ ਵੀ ਮੈਨੂੰ ਪਹਿਲਾਂ ਕੈਪਟਨ ਨੇ ਕੰਮ ਨਹੀਂ ਕਰਨ ਦਿੱਤਾ, ਤੁਸੀਂ ਮੈਨੂੰ ਮੌਕਾ ਦਿਓ, ਮੈਂ ਤੁਹਾਨੂੰ ਕੰਮ ਕਰਕੇ ਵਿਖਾਊਂਗਾ। ਤੇ ਪਰ ਇਹ ਵੀ ਗੱਲ ਕਹੂੰਗਾ, ਜਿਹੜੇ ਵਾਅਦੇ ਕੀਤੇ ਸੀ, ਜੇ ਸੁਖਜਿੰਦਰ ਸਿੰਘ ਰੰਧਾਵਾ ਦੇ ਵਿੱਚ ਕੋਈ ਜ਼ਮੀਰ ਹੈਗੀ ਸੀ, ਉਹ ਕਿਸੇ ਜ਼ਮੀਰ ਦਾ ਮਾਲਕ ਹੈਗਾ ਵਾ। ਪ੍ਰਤਾਪ ਸਿੰਘ ਬਾਜਵਾ ਜੀ ਨੇ ਇੰਨੀ ਗੱਲ ਕਹੀ ਸੀ ਵੀ ਜਿੱਦਣ ਸਾਡੀ ਸਰਕਾਰ ਬਣੇਗੀ, ਜੇ ਅਸੀਂ 1-2 ਹਫ਼ਤਿਆਂ ਦੇ ਵਿੱਚ ਜਿਹੜਾ ਮਜੀਠੀਆ ਤੇ ਜਿਹੜਾ ਤੁਹਾਡਾ ਹੈਗਾ ਉਹ ਕੈਰੋਂ ਜੀ, ਆਦੇਸ਼ ਪ੍ਰਤਾਪ ਕੈਰੋਂ, ਇਹਨਾਂ ਦੋਵਾਂ ਨੂੰ ਨਸ਼ਿਆਂ ਦੇ ਭ੍ਰਿਸ਼ਟਾਚਾਰ ਦੋਸ਼ ਫੜ ਕੇ ਜੇਲ੍ਹ ਸੁੱਟਾਂਗੇ ਅਸੀਂ ਇਹਨਾਂ ਨੂੰ। ਮੁੜ ਕੇ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਬਾਬੇ ਬਕਾਲੇ ਸਟੇਜ ਤੇ ਕਿਹਾ ਸੀ ਉਹਨੇ ਕਿਹਾ ਸੀ ਵੀ ਸਾਡੀ ਸਰਕਾਰ ਬਣੀ ਤੇ 4 ਮਹੀਨਿਆਂ ਦੇ ਅੰਦਰ ਅੰਦਰ ਜਿਹੜੇ ਇਹ ਮਜੀਠੀ ਹੋ ਰਹੀ, ਲੁਟੇਰੇ ਸੁਖਬੀਰ ਹੋ ਰਹੀ, ਆਦੇਸ਼ ਪ੍ਰਤਾਪ ਹੋ ਰਹੀ, ਜਿੰਨੇ ਵੀ ਸਾਰੇ ਲੁਟੇਰੇ ਆ, ਇਹ ਚੁੱਕ ਕੇ ਅਸੀਂ ਜੇਲ੍ਹ ਸੁੱਟਾਂਗੇ, ਤੇ ਜੇ ਨਾ ਸੁੱਟੇ ਤਾਂ ਮੈਂ ਆਪਣੀ ਰਾਸ਼ਟਰਪਤੀ ਅਸਤੀਫਾ ਦੇਵਾਂਗਾ। ਕਿੱਥੇ ਨੇ ਜ਼ਮੀਰਾਂ ਉਹਨਾਂ ਦੀਆਂ ਅੱਜ? ਸਿੱਧੂ ਦੀ ਜ਼ਮੀਰ ਜਾਗੀ, ਉਹਨੇ ਅਸਤੀਫਾ ਦੇ ਦਿੱਤਾ। ਉਹਨੇ ਕਿਹਾ ਮੈਨੂੰ ਮੰਤਰੀਸ਼ਪ ਦੀ ਕੋਈ ਲੋੜ ਨਹੀਂ, ਮੈਂ ਲੋਕਾਂ ਦੇ ਵਿੱਚ ਫਿਰ ਜਾਊਂਗਾ। ਉਹਨੇ ਅਸਤੀਫਾ ਦੇ ਦਿੱਤਾ। ਜੇ ਚਾਹੀਦਾ ਹੈ ਸੀ ਵੀ ਉੱਥੇ ਰੰਧਾਵਾ ਵੀ ਅਸਤੀਫਾ ਦਿੰਦਾ, ਬਾਜਵਾ ਵੀ ਅਸਤੀਫਾ ਦਿੰਦਾ, ਤੇ ਜਿਹੜੇ ਹੋਰ ਵੱਡੀਆਂ ਵੱਡੀਆਂ ਬਾਹਾਂ ਕਰਕੇ ਗੱਲਾਂ ਕਰਦੇ ਸੀ ਉਦੋਂ ਵੀ ਅਸੀਂ ਆਹ ਕਰ ਦੇਂਗੇ, ਜੇ ਕਰ ਦਿਆਂਗੇ, ਉਹਨਾਂ ਸਾਰਿਆਂ ਨੂੰ ਅਸਤੀਫੇ ਦਾ ਕੇ ਸਿੱਧੂ ਸਾਧ ਦੇਣਾ ਚਾਹੀਦਾ ਸੀ ਜੀ। ਅੱਜ ਦੀ ਡੇਟ ਦੇ ਵਿੱਚ ਪ੍ਰਗਟ ਸਿੰਘ ਨੂੰ ਟਿਕਟ ਦਵਾਈ ਸਿੱਧੂ ਨੇ। ਆਹ ਜਿਹੜਾ ਬੁਲਾਰੀਆ, ਇੱਧਰ ਵੀ ਬੁਲਾਰੀਆ, ਜਿਹੜਾ ਡਿਜ਼ਰਵ ਹੀ ਨਹੀਂ ਕਰਦਾ ਇਸ ਗੱਲ ਨੂੰ, ਉਹਨੂੰ ਟਿਕਟ ਦਵਾਈ ਸਿੱਧੂ ਨੇ ਜੀ। ਅੱਜ ਕਿੱਥੇ ਖੜੇ ਨੇ ਕਿ ਸਿੱਧੂ ਨੇ ਸਾਥ ਦਿੱਤਾ, ਉਹ ਇਕੱਲਾ ਰਹਿ ਗਿਆ। ਲੇਕਿਨ ਫਿਰ ਵੀ ਮੈਂ ਕਹਿੰਦਾ ਉਹ ਰਫੇਲ ਜਹਾਜ਼ ਵਾਂਗ ਇਕੱਲਾ ਹੀ ਮੁਕਾਬਲਾ ਕਰੀ ਜਾਂਦਾ ਵਾ। ਆਉਣ ਵਾਲੇ ਸਮੇਂ ਜਦੋਂ ਕਿਤੇ ਇਲੈਕਸ਼ਨ ਹੋਏਗੀ, ਸਿੱਧੂ ਜਾ ਕੇ ਲੋਕਾਂ 'ਚ ਕਹੇਗਾ ਭਾਈ ਮੈਂ ਕੰਮ ਕਰਨਾ ਚਾਹੁੰਦਾ ਸਾਂ, ਮੈਨੂੰ ਕੰਮ ਨਹੀਂ ਕਰਨ ਦਿੱਤਾ। ਜਦੋਂ ਸਿੱਧੂ ਸਥਾਨਕ ਸੰਗਠਨ ਮੰਤਰੀ ਸੀਗਾ, ਆਉਂਦਿਆਂ ਉਹਨੇ ਫਾਈਲਾਂ ਖੋਲ੍ਹੀਆਂ ਜਿਹੜੀਆਂ ਅਕਾਲੀ ਸਰਕਾਰ ਦੇ ਟਾਈਮ ਦੀਆਂ ਸੀ, ਉਹਦੇ ਵਿੱਚ 4 ਇੰਜੀਨੀਅਰ ਸਸਪੈਂਡ ਕੀਤੇ ਜੀ। ਤੇ ਕੈਪਟਨ ਸਾਹਿਬ ਨੇ ਸੁਨੇਹਾ ਭੇਜਿਆ ਸੀ ਆਪਣੇ ਐਲ ਕਰ ਰਹੀ ਵੀ ਸਿੱਧੂ ਸਾਹਿਬ ਨੂੰ ਤੱਤੇ ਨਹੀਂ ਚੱਲੀਦਾ, ਸਲੋ ਚੱਲੋ। ਇਹਦਾ ਮਤਲਬ ਵੀ ਉਹਨਾਂ ਦੀ ਮਿਲੀ ਭੁਗ ਸੀ। ਸਿੱਧੂ ਇਹ ਗੱਲਾਂ ਹੁਣ ਆਉਣ ਵਾਲੇ ਸਮੇਂ ਸਟੇਜ ਤੇ ਕਹੇਗਾ। ਸਿੱਧੂ ਨੇ ਬੜੇ ਢੁਕਵੇਂ ਸਮੇਂ ਤੇ ਵਧੀਆ ਸਮੇਂ ਤੇ ਅਸਤੀਫਾ ਦੇ ਕੇ ਉਹ ਬਾਹਰ ਹੋ ਗਿਆ, ਲੇਕਿਨ ਲੋਕਾਂ ਦੀ ਜਿਹੜੀ ਅੱਖਾਂ ਦਾ ਤਾਰਾ ਬਣਿਆ ਰਹਿ ਗਿਆ ਜੀ। ਬਿਲਕੁਲ ਭੱਟੀ ਸਾਹਿਬ, ਜਿੱਥੇ ਅਸੀਂ ਅੰਧ ਵਿਸ਼ਵਾਸ ਦੀ ਗੱਲ ਕਰਦੇ ਹਾਂ, ਆਮ ਲੋਕਾਂ ਦੀ ਗੱਲ ਕਰਦੇ ਹਾਂ ਕਿ ਆਮ ਲੋਕ ਜਿਹੜੇ ਆ ਉਹ ਅੰਧ ਵਿਸ਼ਵਾਸ ਕਰਦੇ, ਉੱਥੇ ਕਈ ਵਾਰ ਸਰਕਾਰਾਂ ਵੀ ਅੰਧ ਵਿਸ਼ਵਾਸ ਦੇ ਉੱਤੇ ਯਕੀਨ ਰੱਖਦੀਆਂ ਨੇ। ਤਾਮਿਲਨਾਡੂ ਦੀ ਖਬਰ ਇੱਕ ਆ ਰਹੀ ਆ ਕਿ ਉੱਥੇ 2 ਬੱਕਰਿਆਂ ਦੀ ਬਲੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ, ਇਸ ਕਰਕੇ ਕਿ ਉੱਥੇ ਦਾ ਜਿਹੜਾ ਸਿਸਟਮ ਜਿਹੜਾ ਆ ਉਹਦੀ ਉਥਲ ਪੁਥਲ ਹੋਈ ਆ, ਅਪਰਾਧ ਜਿਹੜੇ ਹੋ ਰਹੇ ਆ ਉਹਨਾਂ ਦੇ ਉੱਤੇ ਕਾਬੂ ਪਾਉਣ ਵਾਸਤੇ ਅਜਿਹਾ ਕੀਤਾ ਗਿਆ। ਤਾਮਿਲਨਾਡੂ ਦੇ ਇੱਕ ਜ਼ਿਲ੍ਹੇ ਦੇ ਵਿੱਚ ਜੀ ਕ੍ਰਾਈਮ ਬੜਾ ਵੱਧ ਗਿਆ ਸੀ, ਤੇ ਅੰਧ ਵਿਸ਼ਵਾਸ ਇੰਨਾ ਵੱਧ ਚੁੱਕਾ ਵੀ ਕਿਸੇ ਨੇ ਕਿਹਾ ਜੀ 2 ਬੱਕਰਿਆਂ ਦੀ ਬਲੀ ਦਿਓ ਤੇ ਕ੍ਰਾਈਮ ਘਟ ਜਾਏਗਾ। ਉਹਨਾਂ ਨੇ ਕੀ ਕੀਤਾ ਵੀ ਇੱਕ ਸਿਆਸੀ ਆਗੂ ਨੇ ਥਾਣੇ ਵਾਲਿਆਂ ਨੂੰ 2 ਬੱਕਰੇ ਦੇ ਦਿੱਤੇ, ਤੇ ਉਹਨਾਂ ਜਿਹੜਾ ਨਿਸ਼ਚਿਤ ਕੀਤਾ ਸਮਾਂ ਤੜਕੇ 4 ਵਜੇ ਉੱਠ ਕੇ ਤੇ ਬੱਕਰੇ ਝਟਕਾਏ। ਉਹਦਾ ਜਿਹੜਾ ਮਾਸ ਸੀਗਾ ਉਹ ਕੁਛ ਸਿਆਸੀ ਆਗੂਆਂ ਦੇ ਘਰ ਭੇਜਤਾ, ਕੁਝ ਅਫਸਰਾਂ ਦੇ ਘਰ ਭੇਜਤਾ, ਤੇ ਕੁਛ ਆਪਣੇ ਘਰ ਲੈ ਗਏ। ਜਿਹੜਾ ਖੂਨ ਸੀਗਾ, ਖੂਨ ਦੇ ਛਿੱਟੇ ਸਾਰੇ ਥਾਣੇ 'ਚ ਦਿੱਤੇ, ਸਭ ਨੂੰ ਗੰਧਲਾ ਕੀਤਾ ਵੀ ਇੱਥੇ ਜਿਹੜੀ ਜੀ ਕੋਈ ਮਾੜੀ ਰੂਹ ਨਾ ਰਵੇ। ਲੇਕਿਨ ਅਪਰਾਧ ਤੇ ਘਟਿਆ ਨਹੀਂ, 2 ਵਿਚਾਰੇ ਬੇਜ਼ੁਬਾਨ ਜਾਨ ਜ਼ਰੂਰ ਚਲੇਗੀ। ਜੇ ਸਾਡੇ ਪੁਲਿਸ ਥਾਣਿਆਂ ਦੇ ਵਿੱਚ ਇੰਨੀ ਅੰਧ ਵਿਸ਼ਵਾਸ ਹੈ ਤਾਂ ਅਸੀਂ ਲੋਕਾਂ ਨੂੰ ਕੀ ਸਬਕ ਦਿਆਂਗੇ? ਪੜ੍ਹੇ ਲਿਖੇ ਲੋਕ ਜੇ ਗਲਤੀਆਂ ਕਰਦੇ ਤੇ ਅੱਜ ਵੀ ਤੁਸੀਂ ਪੰਜਾਬ ਦੇ ਬਹੁਤ ਸਾਰੇ ਥਾਣਿਆਂ 'ਚ ਚੱਲ ਜਾਓ, ਪੀਰਾਂ ਦੀ ਜਗ੍ਹਾ ਬਣੀ ਹੈ ਜਿੱਥੇ ਮੁਨਸ਼ੀ ਜਾ ਕੇ ਵੀਰਵਾਰ ਦੇ ਵੀਰ ਦੀਵਾ ਜਗਾਉਂਦਾ ਵਾ,
ਉੱਥੇ ਮੱਥਾ ਟੇਕਦੇ ਸਾਰੇ ਪੁਲਿਸ ਵਾਲੇ ਜਾ ਕੇ ਉੱਥੇ, ਅੱਜ ਵੀ ਸਾਡੇ ਪੰਜਾਬ 'ਚ ਵੀ ਜੀ ਇਹ ਬਿਮਾਰੀ ਹੈਗੀ ਹੈ। ਲੇਕਿਨ ਇੱਥੇ ਮੈਨੂੰ ਪਤਾ ਨਹੀਂ ਵੀ ਜਿਹੜੀਆਂ ਸਾਡੀਆਂ ਸਤਿਕਾਰ ਕਮੇਟੀਆਂ ਵਾ ਉਹ ਇੱਥੇ ਜਾ ਕੇ ਇਹਨਾਂ ਸਤਿਕਾਰ ਕਿਉਂ ਨਹੀਂ ਕਰਨ ਜਾਂਦੀਆਂ। ਬਾਕੀ ਗਰੀਬ ਆਵੇ ਤੇ ਕਾਬੂ ਹੈ ਤੇ ਉਹਨੂੰ ਜਿਹੜੀਆਂ ਡੰਡਿਆਂ ਦਾ ਕੁੱਟਦੀਆਂ ਨੇ, ਪੁਲਿਸ ਵਾਲੇ ਪਾਸੇ ਨਹੀਂ ਹੁੰਦੀਆਂ। ਜੀ ਬਹੁਤ ਸਾਰੇ ਥਾਣੇ 'ਚ ਮੈਂ ਆਪਣੀ ਅੱਖੀਂ ਵੇਖੀ ਉਹ ਮਜ਼ਾਰਾਂ ਬਣੀਆਂ ਨੇ, ਮਜ਼ਾਰਾਂ ਦੇ ਉੱਤੇ ਦੀਵੇ ਜਗਦੇ ਨੇ, ਵੀਰਵਾਰ ਜਿਹੜੇ ਇਕੱਠੇ ਹੋ ਕੇ ਵਿਸ਼ੇਸ਼ ਤੌਰ ਤੇ ਦੀਵੇ ਜਗਾਉਂਦੇ ਨੇ। ਜੀ ਇਹ ਅੰਧ ਵਿਸ਼ਵਾਸ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਵਾ। ਅਪਰਾਧ ਇੱਦਾਂ ਨਹੀਂ ਘਟਦਾ, ਅਪਰਾਧ ਪੁਲਿਸ ਆਪਣੀ ਜ਼ਿੰਮੇਵਾਰੀ ਤੋਂ ਆਏ ਤੇ ਫਿਰ ਘਟਦਾ ਵਾ। ਜੀ ਅਪਰਾਧੀਆਂ ਨੂੰ ਫੜ ਕੇ ਅੰਦਰ ਦੇ ਫਿਰ ਘਟਦਾ ਵਾ, ਦੋ ਬੇਜੁਬਾਨਾਂ ਨੂੰ ਮਾਰ ਕੇ ਅਪਰਾਧ ਨਹੀਂ ਘਟਦਾ। ਜੀ ਸੋ ਬਿਲਕੁਲ ਪੱਟੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਵਡਮੁੱਲੇ ਵਿਚਾਰ ਜਿਹੜੇ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੇ ਕਰਨ ਦੇ ਵਾਸਤੇ। ਸੋ ਖਬਰਾਂ ਦੇ ਉੱਤੇ ਚਰਚਾ ਹੋਈ ਹੈ, ਵਿਸਥਾਰਤ ਚਰਚਾ ਹੋਈ ਆ। ਸੋ ਇਸ ਪ੍ਰੋਗਰਾਮ ਦਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨਾ ਪਏਗਾ ਤੇ ਤੁਹਾਡੇ ਤੋਂ ਆਗਿਆ ਲੈਣੀ ਪਏਗੀ। ਸੋ ਇੱਥੇ ਹੀ ਤੁਹਾਡੇ ਤੋਂ ਆਗਿਆ ਚਾਹੁੰਦੇ ਹਾਂ ਤੇ ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।